ਇਹ ਜਿਹੜੇ ਐਜੂਕੇਸ਼ਨ ਹੈ ਜਿਹੜੀ ਜ਼ੀਰੋ ਹੋਵੇ, ਲੋਕ ਦੱਬੇ ਕੁਚਲੇ ਰਹਿਣ ਅਤੇ ਅਸੀਂ ਉਹਨਾਂ ਤੇ ਰਾਜ ਕਰੀਏ। ਇਹ ਸਮਾਨਤਾ ਨਹੀਂ ਦਿੰਦੇ ਸਾਡੇ ਆਮ ਲੋਕਾਂ ਨੂੰ। ਪਰ ਇੱਥੇ ਵੀ ਵਹਿਮ ਭਰਮਾਂ ਦੇ ਵਿੱਚ ਪਾ ਕੇ ਮੇਨ ਗੇਟ ਨੂੰ ਬੰਦ ਕੀਤਾ ਜਾਂਦਾ ਹੈ, ਫਿਰ ਲਾਇਬ੍ਰੇਰੀ ਬੰਦ ਕੀਤੀ ਜਾਂਦੀ ਹੈ, ਫਿਰ ਹੋਸਟਲ ਬੰਦ ਕਰ ਦਿੱਤੇ ਜਾਂਦੇ ਨੇ ਕਿ ਡਿਕਟੇਟ ਕਰਕੇ ਕਿ ਇੱਥੋਂ ਇਹਨਾਂ ਨੂੰ ਕੱਢੋ, ਕਿ ਸਿਰਫ ਅਸੀਂ ਇਹਦੇ ਤੇ ਚੰਡੀਗੜ੍ਹ ਤੇ ਆਪਣਾ ਰਾਜ ਕਰੀਏ ਔਰ ਲੋਕਾਂ ਨੂੰ ਅਨਪੜ੍ਹ ਔਰ ਇਦਾਂ ਹੀ ਦਬਲੇ ਕੁਚਲੇ ਰਹਿਣ ਦੀਏ। ਜਦੋਂ ਅਸੀਂ ਪਹਿਲਾਂ ਆਉਂਦੇ ਹੁੰਦੇ ਸੀ ਯੂਨੀਵਰਸਿਟੀ, ਇੱਥੇ ਇਸ ਟਾਈਮ ਤੱਕ ਤਾਂ ਸਪੋਰਟਸਮੈਨ ਇੰਨੇ ਕੁ ਮਤਲਬ ਗਰਾਊਂਡ ਭਰਿਆ ਹੁੰਦਾ ਸੀ, ਇਹਨਾਂ ਨੇ ਉਹ ਗਰਾਊਂਡ ਨੂੰ ਹੀ ਤਾਲਾ ਲਾਤਾ ਕਿ ਇਸ ਯੂਨੀਵਰਸਿਟੀ ਨੂੰ ਕਾਬੂ ਕਰਕੇ ਚੰਡੀਗੜ੍ਹ ਹਟਾਉਣਾ ਔਰ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਐਜੂਕੇਸ਼ਨ ਤੋਂ ਦੂਰ ਕਰ ਦੇਣਾ। ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੇ ਘਰ ਦੇ ਬਾਹਰ ਇਸ ਵੇਲੇ ਧਰਨਾ ਚੱਲ ਰਿਹਾ। ਗੱਲ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਕਿਵੇਂ ਦੇਖਦੇ ਹੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਵਾਸਤੇ ਪਹਿਲਾਂ ਤਾਂ ਧਰਨੇ ਲੱਗਦੇ ਨੇ ਵੀ ਲਾਇਬ੍ਰੇਰੀ ਖੋਲ੍ਹ ਦਿਓ ਭਾਈ, ਉਸ ਤੋਂ ਬਾਅਦ ਕੰਟੀਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ, ਉੱਥੇ ਬਹਿ ਕੇ ਰਾਜਨੀਤੀ ਸਿੱਖਦੇ ਹੋ ਭਾਈ, ਇਸ ਕਰਕੇ ਬੰਦ ਕੀਤੀਆਂ ਨੇ। ਅੱਜ ਸੈਨੇਟ ਜਿਹੜੀ ਹੈ ਉਹਦੀ ਇਲੈਕਸ਼ਨ ਵੱਡੇ ਲੰਬੇ ਟਾਈਮ ਤੋਂ ਜਿਹੜੀਆਂ ਉਹ ਬਾਰ-ਬਾਰ ਅੱਗੇ ਦੀ ਅੱਗੇ ਵਧਾਈ ਜਾ ਰਹੇ ਨੇ, ਹਾਈ ਕੋਰਟ ਦੀ ਝਾੜ ਤੋਂ ਬਾਅਦ ਵੀ, ਤੇ ਅੱਜ ਹੁਣ ਫਾਈਨਲੀ ਧਰਨਾ ਲਾਣਾ ਪੈ ਗਿਆ। ਦੇਖੋ, ਇਹਨਾਂ ਦੀ RSS ਦੀ BJP ਇਹਨਾਂ ਦੀ ਸਾਜ਼ਿਸ਼ ਇਹ ਹੈ ਕਿ ਪੰਜਾਬ ਦਾ ਇੱਕੋ ਇੱਕ ਦਾਅਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ, ਕਿ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ ਹੈ ਔਰ ਪੰਜਾਬ ਦਾ ਹੀ ਹੈ। ਅਸਲ 'ਚ ਤਾਂ ਜ਼ਮੀਨ ਪੰਜਾਬ ਦੀ ਹੈ, ਪਰ ਜਿਹੜਾ ਸਾਡਾ ਦਾਅਵਾ ਉਹ ਪੰਜਾਬ ਯੂਨੀਵਰਸਿਟੀ ਤੋਂ ਹੁੰਦਾ, ਕਿਉਂਕਿ ਪੰਜਾਬ ਯੂਨੀਵਰਸਿਟੀ ਜਦੋਂ ਲਾਹੌਰ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ 'ਚ ਆਉਂਦੀ ਹੈ ਤਾਂ ਪੰਜਾਬ ਦਾ ਦਾਅਵਾ ਸਿੱਧਾ ਚੰਡੀਗੜ੍ਹ ਦੇ ਉੱਤੇ ਬਣ ਜਾਂਦਾ। ਇਹਨਾਂ ਨੂੰ ਐਂ ਕਿ ਕਿਸੇ ਤਰੀਕੇ ਇਸ ਨੂੰ ਬਾਹਰ ਕੱਢੀਏ। ਉਹਦੇ ਲਈ ਦੂਸਰਾ ਇਹ ਚਾਹੁੰਦੇ ਆ ਕਿ ਜਿਹੜੇ ਐਜੂਕੇਸ਼ਨ ਹੈ ਜਿਹੜੀ ਜ਼ੀਰੋ ਹੋਵੇ, ਲੋਕ ਦੱਬੇ ਕੁਚਲੇ ਰਹਿਣ ਅਤੇ ਅਸੀਂ ਉਹਨਾਂ ਤੇ ਰਾਜ ਕਰੀਏ। ਇਹ ਸਮਾਨਤਾ ਨਹੀਂ ਦਿੰਦੇ ਸਾਡੇ ਆਮ ਲੋਕਾਂ ਨੂੰ, ਜਾਂ ਜਿਵੇਂ SC BC ਨੂੰ ਜਾਂ ਆਮ ਜਨਰਲ। ਇਹ ਸਿਰਫ ਕਹਿੰਦੇ ਕਿ ਸਾਡਾ ਰਾਜ ਹੋਣਾ ਚਾਹੀਦਾ, ਸਾਰੇ ਲੋਕ ਦਬਲੇ ਕੁਚਲੇ ਆ। ਉਹਦੇ ਚੱਕਰ 'ਚ ਇਹ ਸਾਰਾ ਕੁਛ ਕਰ ਰਹੇ ਆ। ਫਿਰ ਇਹ ਕਦੇ ਬਹਾਨਾ ਬਣਾਉਂਦੇ ਆ ਵਾਸਤੂ ਸ਼ਾਸਤਰ ਦਾ। ਕਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਵੀ ਇਹ ਚੀਜ਼ਾਂ ਕਦੇ ਸੁਣਨ ਨੂੰ ਨਹੀਂ ਸੀ ਮਿਲਿਆ। ਵਿੱਦਿਅਕ ਅਦਾਰੇ ਤਾਂ ਸਮਾਨਤਾ ਨਾਲ ਤੇ ਬੰਦੇ ਦਾ ਜਿਹੜਾ ਮੈਂਟਲੀ ਲੈਵਲ, ਬੌਧਿਕ ਲੈਵਲ ਉੱਤੇ ਚੱਕਣ ਲਈ ਔਰ ਉਹਨੂੰ ਸਮਾਜ ਦੇ ਵਿੱਚ ਇੱਕ ਵਧੀਆ ਲੈਵਲ ਇਨਸਾਨ ਹੋ ਕੇ ਵਿਚਰਨ ਲਈ ਔਰ ਆਪਣੇ ਵਧੀਆ ਅਹੁਦਿਆਂ 'ਤੇ ਜਾਣ ਲਈ ਐਜੂਕੇਸ਼ਨ ਦਿੱਤੀ ਜਾਂਦੀ ਸੀ। ਪਰ ਇੱਥੇ ਵੀ ਵਹਿਮ ਭਰਮਾਂ ਦੇ ਵਿੱਚ ਪਾ ਕੇ ਮੇਨ ਗੇਟ ਨੂੰ ਬੰਦ ਕੀਤਾ ਜਾਂਦਾ, ਫਿਰ ਲਾਇਬ੍ਰੇਰੀ ਬੰਦ ਕੀਤੀ ਜਾਂਦੀ ਹੈ, ਫਿਰ ਹੋਸਟਲ ਬੰਦ ਕਰ ਦਿੱਤੇ ਜਾਂਦੇ ਨੇ ਕਿ ਡਿਕਟੇਟ ਕਰਕੇ ਕਿ ਇੱਥੋਂ ਇਹਨਾਂ ਨੂੰ ਕੱਢੋ, ਕਿ ਸਿਰਫ ਅਸੀਂ ਇਹਦੇ ਤੇ ਚੰਡੀਗੜ੍ਹ ਤੇ ਆਪਣਾ ਰਾਜ ਕਰੀਏ ਔਰ ਲੋਕਾਂ ਨੂੰ ਅਨਪੜ੍ਹ ਔਰ ਇਦਾਂ ਹੀ ਦਬਲੇ ਕੁਚਲੇ ਰਹਿਣ ਦੀਏ। ਪਰ ਇਦਾਂ ਨਹੀਂ ਹੋਊਗਾ। ਪੰਜਾਬ ਬਹੁਤ ਸੰਘਰਸ਼ਸ਼ੀਲ ਲੋਕ ਆ ਇੱਥੋਂ ਦੇ, ਇਹਨਾਂ ਦੇ ਖੂਨ ਦੇ ਵਿੱਚ ਬਗਾਵਤ ਆ ਔਰ ਖੂਨ ਦੇ ਵਿੱਚ ਲੜਨ ਦਾ ਜਜ਼ਬਾ। ਅਸੀਂ ਲੜ ਰਹੇ ਹਾਂ, ਲੜਾਂਗੇ, ਬਿਲਕੁਲ ਲੜਾਂਗੇ। ਸੈਨੇਟ ਦੀ ਜੇ ਗੱਲ ਕਰੀਏ ਤਾਂ ਸੈਨੇਟ ਕੋਲ ਇੱਕ ਤਰੀਕੇ ਦੀ ਮਲਕਈ ਹੁੰਦੀ ਹੈ, ਆਪਣੇ ਹਿਸਾਬ ਦੇ ਨਾਲ ਰੂਲ ਬਣਦੇ ਨੇ, ਪਾਵਰ ਉਹਨਾਂ ਦੇ ਹੱਥ 'ਚ ਹੁੰਦੀ ਹੈ ਜਿਵੇਂ ਤੁਸੀਂ ਕਿਹਾ। ਪਰ ਉਸ ਚੀਜ਼ ਨੂੰ ਖਤਮ ਕਰਕੇ ਉਹਨੂੰ ਵੀ ਵਾਈਸ ਚਾਂਸਲਰ ਦੇ ਹੱਥ 'ਚ ਲਿਆਂਦਾ ਜਾ ਰਿਹਾ, ਕਿਉਂਕਿ ਵਾਈਸ ਚਾਂਸਲਰ ਸਿਰਫ ਦਸਤਖਤ ਕਰਦਾ ਸੀਗਾ, ਪਰ ਹੁਣ ਤੋਂ ਸਾਰੀ ਪਾਵਰ ਹੀ ਵਾਈਸ ਚਾਂਸਲਰ ਦੇ ਹੱਥ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕਰਕੇ ਕਹਿੰਦੇ ਇਲੈਕਸ਼ਨ ਜਿਹੜੇ ਨੇ ਉਹ ਬਾਰ-ਬਾਰ ਮੁਲਤਵੀ ਕੀਤੇ ਜਾ ਰਹੇ ਨੇ। ਕਿਵੇਂ ਦੇਖਦੇ ਹੋ ਜੇ ਸੈਨੇਟ ਹੀ ਭੰਗ ਹੋ ਗਈ ਤਾਂ ਕਿਵੇਂ ਰਹਿ ਜੂਗੀ ਉਹ ਚੀਜ਼ਾਂ ਜਿਹੜੀਆਂ ਪਹਿਲਾਂ ਸੀ? ਦੇਖੋ, ਸੈਨੇਟ ਹੀ ਇੱਦਾਂ ਦੀ ਚੀਜ਼ ਆ, ਜਾਂ ਤਾਂ ਜਿਵੇਂ ਅਮਿਤੋਜ ਭਾਜੀ ਨੇ ਵੀ ਦੱਸਿਆ ਕਿ ਜਾਂ ਤਾਂ ਇਹ ਪਾਰਲੀਮੈਂਟ ਦੇ ਵਿੱਚ ਉੱਥੇ ਪਾਸ ਕਰ ਸਕਦੇ ਆ, ਪਰ ਉੱਥੇ ਕਰ ਨਹੀਂ ਸਕਦੇ ਕਿਉਂਕਿ ਵਿਰੋਧ ਬਹੁਤ ਵੱਡੇ ਲੈਵਲ ਦਾ ਹੋਊਗਾ, ਬਹੁਤ ਜ਼ਿਆਦਾ ਇਹਨਾਂ ਦੀ ਹੇਠੀ ਹੋਊਗੀ। ਦੂਜਾ ਇਹਨਾਂ ਕੋਲ ਹੈ ਕਿ ਸੈਨੇਟ ਇਹਨੂੰ ਭੰਗ ਕਰਕੇ ਸੈਨੇਟ ਇਲੈਕਸ਼ਨ ਨੂੰ ਆਪਣੀ ਮਰਜ਼ੀ ਦੇ ਬੰਦੇ ਲਾ ਕੇ ਫਿਰ ਆਪਣੀ ਮਰਜ਼ੀ ਦੀਆਂ ਜਿਹੜੀਆਂ ਨੇ ਜਿਹੜੇ ਹੈਗੇ ਆ ਥੋਪ ਕੇ, ਆਪਣੀ ਮਰਜ਼ੀ ਦੇ ਅਸੂਲ ਰੂਲ ਥੋਪ ਕੇ ਸਾਰਾ ਕਿ ਪੰਜਾਬ ਯੂਨੀਵਰਸਿਟੀ ਨੂੰ ਹਟਾ ਕੇ ਮੁੜ ਕੇ ਇਹਦੇ ਉੱਤੇ ਸੰਘ ਦਾ ਸਾਰਾ ਸਿਸਟਮ ਬਣਾ ਕੇ, ਸੰਘ ਦਾ ਸਾਰਾ ਅਧਿਕਾਰ ਕਰਕੇ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਰੂਲ ਬਣਾ ਕੇ ਕਿ ਸਾਡੇ ਲੋਕ ਆਪ ਹੀ ਇੱਥੋਂ ਪਾਸਾ ਵੱਟ ਜਾਣ ਤੇ ਬਾਹਰ ਚਲੇ ਜਾਣ, ਜਿਵੇਂ ਪਹਿਲਾਂ ਬਾਹਰ ਜਾ ਰਿਹਾ, ਔਰ ਐਜੂਕੇਸ਼ਨ ਲੈਵਲ ਨੂੰ ਜ਼ੀਰੋ ਕਰ ਦੇਣ ਔਰ ਦੂਜਾ ਚੰਡੀਗੜ੍ਹ ਨੂੰ ਹਥਿਆ ਲੈਣ। ਕਾਫੀ ਲੰਬਾ ਸਮਾਂ ਹੋ ਗਿਆ ਰੈਂਕ ਪੰਜਾਬ ਯੂਨੀਵਰਸਿਟੀ ਦਾ ਡਿੱਗਦਾ ਹੀ ਜਾ ਰਿਹਾ। ਕਦੇ 10 ਪਹਿਲੇ ਹੀ 10 'ਚ ਹੁੰਦਾ ਸੀਗਾ ਤੇ ਹੁਣ 40ਵੇਂ ਤੱਕ ਪਹੁੰਚ ਗਿਆ ਸੀਗਾ ਪਿਛਲੇ ਸਾਲ ਇਹਦਾ। ਪਰ ਇਸ ਵੇਲੇ ਜੇ ਗੱਲ ਕਰੀਏ ਜਿਸ ਤਰੀਕੇ ਦੇ ਨਾਲ, ਇੱਕ ਤਾਂ ਦੇਸ਼ ਦੇ ਵਿੱਚ ਬਗਾਵਤ ਹੋਈ ਪਈ ਹੈ ਕਿਉਂਕਿ ਕਿਸਾਨੀ ਬਿੱਲ ਜਿਹੜੇ ਆ ਰਹੇ ਨੇ, ਹਰ ਸਟੇਟ ਜਿਹੜੀ ਆ ਉਹ ਵਿਰੋਧ ਕਰ ਰਹੀ ਹੈ। ਦੂਸਰੇ ਪਾਸੇ ਉਹੀ ਚੀਜ਼ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ। ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਿਸਾਨ ਜਥੇਬੰਦੀਆਂ ਵੀ ਅੱਜ ਜੁੜੀਆਂ ਨੇ? ਦੇਖੋ, ਤੁਸੀਂ ਨਾ ਯੂਨੀਵਰਸਿਟੀ ਦਾ ਇਹਦੇ ਵਿੱਚ ਕੱਲੀ ਚੀਜ਼ ਕਾਰਪੋਰੇਟਸ ਨੂੰ ਦੇਣਾ ਚਾਹੁੰਦੇ ਆ। ਐਜੂਕੇਸ਼ਨ ਜੇ ਆਪਾਂ ਸਕੂਲਾਂ ਦਾ ਲਾਈਏ, ਪਹਿਲਾਂ ਹੀ ਕਾਰਪੋਰੇਟ ਸਕੂਲ ਆ। ਬਹੁਤੀਆਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉੱਥੇ ਉਹਨਾਂ ਦੇ ਆਪਦੇ ਰੂਲ ਚੱਲਦੇ ਆ, ਜਿਸ ਉਹ ਸਟੂਡੈਂਟ ਤਿਆਰ ਕੀਤੇ ਜਾਂਦੇ ਆ ਜਿਹਦੀ ਲੋੜ ਹੀ ਨਹੀਂ, ਹੈ ਨਾ, ਔਰ ਬੇਤਹਾਸ਼ਾ ਕੀਤੇ ਜਾਂਦੇ ਆ, ਮਾਯੂਸ ਹੋ ਰਿਹਾ। ਉੱਦਾਂ ਹੀ ਸਪੋਰਟਸ ਦਾ ਦੇਖ ਲਓ। ਆਹ ਜਿਹੜਾ ਇੱਥੇ ਆਪਾਂ ਖੜ੍ਹੇ ਹਾਂ ਸਾਹਮਣੇ ਰੋਡ 'ਤੇ, ਜਦੋਂ ਅਸੀਂ ਪਹਿਲਾਂ ਆਉਂਦੇ ਹੁੰਦੇ ਸੀ ਯੂਨੀਵਰਸਿਟੀ, ਇੱਥੇ
ਇਸ ਟਾਈਮ ਤੱਕ ਤਾਂ ਸਪੋਰਟਸਮੈਨ ਇੰਨੇ ਕੁ ਮਤਲਬ ਗਰਾਊਂਡ ਭਰਿਆ ਹੁੰਦਾ ਸੀ, ਇਹਨਾਂ ਨੇ ਉਹ ਗਰਾਊਂਡ ਨੂੰ ਹੀ ਤਾਲਾ ਲਾਤਾ ਔਰ 10-10 ਫੁੱਟ ਦੀਆਂ ਜਿਹੜੀ ਹੈ ਕਿ ਜਾਲੀ ਵਾਲਾ ਲਾਤੇ ਹੈਗੇ ਬੈਰੀਕੇਡਸ ਇਹ ਬੰਦ ਕਰਤਾ, ਬਿਲਕੁਲ ਗਰਾਊਂਡ ਹੀ ਬੰਦ ਕਰਤਾ ਕਿ ਇਹ ਕਿੱਦਾਂ ਦਾ ਡਿਕਟੇਟ ਹੈ। ਸਿਰਫ ਮਸਲਾ ਇਹਨਾਂ ਦਾ ਇੱਕੋ ਹੀ ਹੈ ਕਿ ਇਸ ਯੂਨੀਵਰਸਿਟੀ ਨੂੰ ਕਾਬੂ ਕਰਕੇ ਚੰਡੀਗੜ੍ਹ ਹਟਾਉਣਾ ਔਰ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਐਜੂਕੇਸ਼ਨ ਤੋਂ ਦੂਰ ਕਰ ਦੇਣਾ। ਪੋਲਿਟਿਕਸ ਪਹਿਲਾਂ ਵੀ ਹੁੰਦੀ ਸੀ, ਕਾਲਜ ਦੀ ਰਾਜਨੀਤੀ ਜਿਹੜੀ ਆ ਉਹ ਪਹਿਲਾਂ ਵੀ ਹੁੰਦੀ ਸੀ, ਜਦੋਂ ਤੁਸੀਂ ਵੀ ਕਾਲਜਾਂ 'ਚ ਪੜ੍ਹਦੇ ਰਹੇ ਹੋ ਉਦੋਂ ਵੀ ਇਹ ਕੁਝ ਹੁੰਦਾ ਸੀ, ਪਰ ਉਦੋਂ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਜਿਹੜੀ ਹੁਣ ਚੱਲ ਰਹੀ ਹੈ ਉਹਨੂੰ ਕਿਵੇਂ ਦੇਖਦੇ? ਜਿਹੜੀ ਹੁੰਦੀ ਹੈ ਨਾ ਸਟੂਡੈਂਟ ਪੋਲਿਟਿਕਸ, ਜਿਹੜੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪੋਲਿਟਿਕਸ ਹੁੰਦੀ ਹੈ ਉਹ ਡਿਫਰੈਂਟ ਹੈ। ਉਹ ਸਾਲ ਬਾਅਦ ਹੁੰਦਾ ਇਲੈਕਸ਼ਨ, ਉਹਦਾ ਇੱਕ ਪ੍ਰਧਾਨ ਹੈ ਨਾ, ਪਰ ਜਿਹੜੀ ਇਹ ਰਾਜਨੀਤਿਕ ਪਾਰਟੀਆਂ ਨੇ ਦੇਸ਼ ਦੀਆਂ, ਉਹਨਾਂ ਦੀ ਕਦੇ ਇਨਵੋਲਵਮੈਂਟ ਨਹੀਂ ਸੀ ਹੁੰਦੀ। ਇੱਥੇ ਹੁਣ ਸਿੱਧੀ ਜਿਹੜੀ ਸੱਤਾਧਾਰੀ ਪਾਰਟੀ ਹੈ ਸਾਡੇ ਦੇਸ਼ ਦੀ ਬੀਜੇਪੀ ਆਰਐਸਐਸ, ਸਿੱਧੀ ਇਨਵੋਲਵਮੈਂਟ ਉਹਨਾਂ ਦੀ ਹੈ। ਉਹਨਾਂ ਨੇ ਆਪਦਾ ਲਿਆ ਕੇ ਬਨਾਰਸ ਤੋਂ ਵੀਸੀ ਲਾਤਾ, ਜਿਹਨੂੰ ਪੰਜਾਬ ਦੀ ਸਮਝ ਨਹੀਂ, ਜਿਹਨੂੰ ਹਰਿਆਣੇ ਦੀ ਬੋਲੀ ਦੀ ਸਮਝ ਨਹੀਂ, ਜਿਹਨੂੰ ਹਿਮਾਚਲ ਦੀ ਸਮਝ ਨਹੀਂ। ਸਾਡੇ ਕੋਲ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਇੱਥੇ ਸਟੂਡੈਂਟ ਹੈ ਔਰ ਇਹਨਾਂ ਤੋਂ ਕਿਤੇ ਦੂਰ ਹੈ। ਸਿਰਫ ਉਹਦੇ ਕੋਲ ਇੱਕੋ ਹੀ ਸੋਚ ਹੈ ਕਿ ਇੱਕ ਰੰਗ 'ਚ ਰੰਗਣਾ, ਭਗਵਾ ਰੰਗ, ਕਿ ਆਰਐਸਐਸ ਦੀ ਸੋਚ ਉਹੀ ਥੋਪਣਾ ਚਾਹੁੰਦੇ ਆ। ਉਹਦੇ ਕਰਕੇ ਜਿਹੜਾ ਮਾਹੌਲ ਤੁਸੀਂ ਯੂਨੀਵਰਸਿਟੀ ਦਾ ਦੇਖ ਲਓ ਕਿ ਇੱਦਾਂ ਮਾੜਾ ਮਾਹੌਲ ਕਰਤਾ ਕਿ ਕੋਈ ਆ ਕੇ ਰਾਜੀ ਨਹੀਂ। ਦੂਜੀ ਗੱਲ ਹੈ ਕਿ ਖੋਲ ਹੀ ਨਹੀਂ ਰਹੇ। ਪਹਿਲੀ ਗੱਲ ਤਾਂ ਮਤਲਬ ਇੱਕ ਜਿਹੜਾ ਹੁੰਦਾ ਨਾ ਕਿ ਛੋਟੇ ਬੱਚਿਆਂ ਵਾਲਾ ਸਕੂਲ, ਪਲੇਵੇ, ਉਹਦੇ 'ਚ ਵੀ ਇੰਨਾ ਡਿਕਟੇਟ ਨਹੀਂ ਬੱਚਿਆਂ ਨੂੰ ਕੀਤਾ ਜਾਂਦਾ ਕਿ ਜਿੰਨਾ ਇੱਥੇ ਸਟੂਡੈਂਟਸ ਨੂੰ ਕੀਤਾ ਜਾਂਦਾ ਯੂਨੀਵਰਸਿਟੀ ਦਿਆਂ ਨੂੰ। ਲੱਗਦਾ ਵੀ ਪਹਿਲਾਂ ਜਦੋਂ ਆਪਾਂ ਪੜ੍ਹਦੇ ਸੀਗੇ ਸਿਲੇਬਸ ਜਿਹੜੇ ਸਾਨੂੰ ਲੱਗਦੇ ਸੀ, ਇਤਿਹਾਸ ਪੜ੍ਹਾਇਆ ਜਾਂਦਾ ਸੀ, ਸਾਨੂੰ ਛੋਟੇ ਹੁੰਦੇ ਲੱਗਦਾ ਸੀ ਵੀ ਇਹ ਸਾਰਾ ਕੁਝ ਸੱਚ ਹੈ, ਪਰ ਹੁਣ ਵੱਡੇ ਹੋ ਕੇ ਪਤਾ ਲੱਗਦਾ ਵੀ ਸਿਲੇਬਸ ਵੀ ਆਪਣੇ ਹਿਸਾਬ ਨਾਲ ਦੱਸਿਆ ਜਾਂਦਾ ਵੀ ਕਿਹੜਾ ਇਹਨਾਂ ਨੂੰ ਇਤਿਹਾਸ ਦੱਸਣਾ ਹੈ, ਵੀ ਇਹਦੇ ਨਾਲ ਕਿਤੇ ਬਾਗੇ ਨਾ ਹੋ ਜਾਣ, ਇਹ ਦੱਸਾਂਗੇ ਇਹ ਨਹੀਂ ਦੱਸਾਂਗੇ, ਉਹ ਕੱਢ ਕੁੱਢ ਕੇ ਚੀਜ਼ਾਂ ਕਰਾਈਆਂ ਜਾ ਰਹੀਆਂ। ਐਗਜ਼ੈਕਟਲੀ, ਕਿਉਂਕਿ ਇਹ ਬਹੁਤ ਟਾਈਮ ਤੋਂ ਜਦੋਂ ਵੀ ਰਾਜਨੀਤਿਕ ਵੱਡੀਆਂ ਪਾਰਟੀ ਦੀ ਹੁੰਦੀ ਹੈ ਕਿ ਲੋਕ ਪੜ੍ਹਨ ਨਾ। ਦੇਖੋ ਬੇਸਿਕ ਸਾਡਾ ਕੀ ਹੈ, ਐਜੂਕੇਸ਼ਨ, ਔਰ ਸਾਨੂੰ ਐਜੂਕੇਸ਼ਨ ਤੋਂ ਹੀ ਦੂਰ ਰੱਖਿਆ। ਸਾਡੇ ਸਕੂਲਾਂ ਦਾ ਹਾਲ ਦੇਖ ਲਓ, ਪ੍ਰਾਈਵੇਟ ਸਕੂਲ ਹੋ ਗਏ, ਉੱਥੇ ਇੰਨੀ ਮਹਿੰਗੀ ਐਜੂਕੇਸ਼ਨ ਹੋ ਗਈ, ਆਮ ਗਰੀਬ ਬੱਚਾ ਪੜ੍ਹ ਨਹੀਂ ਸਕਦਾ। ਔਰ ਉਹਦੇ ਵਿੱਚ ਜਿਹੜੀ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਵੀ ਕਿੰਨੀਆਂ ਚੀਜ਼ਾਂ ਬਦਲਤੀਆਂ, ਸਾਨੂੰ ਸਾਰੀ ਜ਼ਿੰਦਗੀ ਪੜ੍ਹਾਏ ਗਿਆ। ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਜਿਹੜੀ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਐਕਚੁਅਲੀ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਹੀ ਨਹੀਂ। ਹਿੰਦੀ ਸਾਡੀ ਲਿੰਕ ਲੈਂਗੁਏਜ ਹੈ, ਸਾਨੂੰ ਲਿੰਕ ਕਰਦੀ ਹੈ ਸਟੇਟ ਟੂ ਸਟੇਟ ਵਾਸਤੇ ਹੈ। ਸਾਡੀ ਰਾਸ਼ਟਰੀ ਭਾਸ਼ਾ ਭਾਰਤ ਦੀ ਕੋਈ ਵੀ ਨਹੀਂ, ਇਹ 22 ਭਾਸ਼ਾ ਦੇ ਆਧਾਰ 'ਤੇ ਭਾਰਤ ਬਣਿਆ। ਤੇ ਇੱਥੇ ਕਹਿੰਦੇ ਜੀ ਸਾਨੂੰ ਪੜ੍ਹਾਈ ਕੀ ਗਏ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਹਿੰਦੀ ਸਾਡੀ ਲਿੰਕ ਜਿਹੜੀ ਲੈਂਗੁਏਜ ਹੈ, ਕਦੇ ਸਾਨੂੰ ਦੱਸਿਆ ਹੀ ਨਹੀਂ। ਜਦੋਂ ਅਸੀਂ ਵੱਡੇ ਹੋਏ ਸਾਨੂੰ ਫਿਰ ਪਤਾ ਲੱਗਿਆ। ਕਿਉਂ? ਇਹ ਮਾਨਸਿਕਤਾ ਸਾਡੀ ਕਿ ਚੀਜ਼ਾਂ ਪਾਉਣ ਲਈ ਕੱਲ੍ਹ ਨੂੰ ਕਿ ਇਹਨਾਂ ਨੇ ਆਪਣਾ ਰਾਜ ਲਾਉਣਾ। ਇਹਨਾਂ ਨੂੰ 100 ਸਾਲ ਲੱਗਿਆ ਇੱਥੋਂ ਤੱਕ ਆਉਣ ਲਈ। ਇਹ ਹੁਣ ਆਪਦਾ ਇਹਨਾਂ ਨੂੰ ਲੱਗਦਾ ਕਿ ਸਾਡੇ ਹੁਣ 7 ਸਾਲ ਹੋ ਗਏ ਰਾਜ ਦਾ, ਤਾਂ ਅਸੀਂ ਜੋ ਮਰਜ਼ੀ ਕਰ ਲਾਂਗੇ। ਪਰ ਇੱਥੇ ਪੰਜਾਬ ਨਾਲ ਇਹਨਾਂ ਦਾ ਵਾਹ ਪਿਆ। ਇੱਥੋਂ ਪੰਜਾਬ ਤੋਂ ਸ਼ੁਰੂ ਹੋ ਕੇ ਬੈਕ ਫਿਰ ਵਾਪਸ ਜਿਹੜੀ ਹੈਗੀ ਇਹਨਾਂ ਦੀ ਸੱਤਾ ਜਾਊਗੀ ਔਰ ਚੰਗੇ ਲੋਕਾਂ ਦਾ ਰਾਜ ਆਊਗਾ ਭਾਰਤ ਦੇ। ਪੰਜਾਬ ਤੋਂ ਸ਼ੁਰੂ ਹੋਊਗਾ ਕੰਮ। ਐਗਜ਼ਾਮਪਲ ਹੀ ਲੱਗਦਾ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਪੋਸਟਰ ਹੱਥ 'ਚ ਸੀ ਰਿਜ਼ਾਈਨ ਮੋਦੀ ਦੇ, ਕੱਲ ਵੀਡੀਓ ਵਾਇਰਲ ਹੋਈ ਹੈ। ਬਾਹਰਲੇ ਮੁਲਕਾਂ ਦੇ ਵਿੱਚ ਵੀ ਹੁਣ ਰਿਜ਼ਾਈਨ ਮੋਦੀ ਦੇ ਨਾਅਰੇ ਲੱਗਣ ਲੱਗ ਪਏ ਨੇ, ਬੈਨਰ ਹੱਥਾਂ ਦੇ ਵਿੱਚ। ਦੇਖੋ ਜਿੱਥੇ ਵੀ ਇੰਡੀਅਨ ਐਮਬੈਸੀ ਆ ਬਾਹਰ, ਤੁਸੀਂ ਉੱਥੇ ਦੇਖੋ ਪੱਕੇ ਪ੍ਰੋਟੈਸਟ ਹੋ ਰਹੇ ਆ, ਪੱਕੇ ਧਰਨੇ ਲੱਗ ਗਏ ਆ। ਹਰ ਰੋਜ਼ ਲੋਕ ਆਪਣੇ ਕੰਮਾਂ ਕਾਰਾਂ 'ਚੋਂ ਨਿਕਲ ਕੇ ਕੰਮ ਛੱਡ ਕੇ ਉੱਥੇ ਆ ਰਹੇ ਆ। ਇਸੇ ਕਰਕੇ ਆ ਰਿਹਾ ਹੈ ਕਿ ਉਹਨਾਂ ਦੀਆਂ ਵੀ ਫੈਮਲੀਜ਼ ਇੱਥੇ ਹੈ, ਉਹਨਾਂ ਦੀਆਂ ਜਾਇਦਾਦਾਂ ਇੱਥੇ ਨੇ ਲੋਕਾਂ ਦੀਆਂ। ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਮਾੜਾ ਹੋਣ ਜਾ ਰਿਹਾ। ਔਰ ਇੱਕ ਬਹੁਤ ਜਿਹੜਾ ਗੋਦੀ ਮੀਡੀਆ ਵੱਲੋਂ ਵਹਿਮ ਪਾਇਆ ਜਾ ਰਿਹਾ ਕਿ ਹਿੰਦੂ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਹਿੰਦੂ ਹੈ ਮੋਦੀ ਦੇ ਅਗੇਂਸਟ ਹੈ, ਆਰਐਸਐਸ ਦੇ ਅਗੇਂਸਟ ਹੈ। ਵੱਡੇ ਜਿਹੜੇ ਹਿੰਦੂ ਯੋਗ ਗੁਰੂ ਨੇ, ਜਿਹੜੇ ਸੱਚੇ ਸੁੱਚੇ, ਚਾਹੇ ਹਰਿਦੁਆਰ ਤੋਂ ਲਾ ਲਓ, ਉਹ ਇਹਨਾਂ ਦੇ ਬਿਲਕੁਲ ਅਗੇਂਸਟ ਹੈ। ਆ ਪਿੱਛੇ ਜੇ ਹੁਣ ਇੱਕ ਹਿੰਦੂ ਸੀਗੇ ਮਹਾਰਿਸ਼ੀ, ਉਹਨਾਂ ਨੇ ਇਹਨਾਂ ਲਈ ਬੋਲਿਆ ਕਿ ਤੀਜੀ ਲਹਿਰ ਕਿਵੇਂ ਆਊਗੀ, ਉਹਦੇ ਲਈ ਦੱਸਿਆ ਲੋਕਾਂ ਨੂੰ, ਉਹਨਾਂ ਨੂੰ ਅਰੈਸਟ ਕਰ ਲਿਆ। 80 ਸਾਲ ਦੀ ਉਮਰ ਆ ਉਹਨਾਂ ਦੀ। ਮਤਲਬ ਇਹ ਬਹੁਤ ਹੈਰਾਨੀ ਵਾਲੀ ਗੱਲ ਨਹੀਂ ਕਿ ਕਿਸੇ ਦੀ ਕੋਈ ਵੀ ਆਪਣੀ ਆਵਾਜ਼ ਉਠਾਉਂਦਾ, ਸਮਾਜ ਲਈ ਆਵਾਜ਼ ਉਠਾਉਂਦਾ, ਉਹਨੂੰ ਇਹ ਚੱਕ ਕੇ ਉਮਰ ਨਹੀਂ ਦੇਖਦੇ, ਉਹਦੀ ਕੁਛ ਨਹੀਂ ਦੇਖਦੇ, ਉਹਨੂੰ ਜੇਲ੍ਹ 'ਚ ਪਾ ਜਾਂਦੇ ਆ। ਕਿੰਨਾ ਕੁ ਟਾਈਮ ਡਿਕਟੇਟ ਕਰ ਲੈਣਗੇ? ਹੁਣ ਲੋਕ ਉੱਠੇ ਆ, ਲੋਕ ਲੜ ਰਹੇ ਆ ਔਰ ਲੋਕ ਲੜਨਗੇ, ਲੋਕ ਜੇਲ੍ਹਾਂ 'ਚੋਂ ਲੜਨਗੇ। ਤੁਹਾਡੀ ਗੱਲਾਂ ਤੋਂ ਇੱਕ ਗੱਲ ਯਾਦ ਆਈ ਹੈ, ਆਖਰੀ ਸਵਾਲ ਹੈ ਮੇਰਾ, ਕਿ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ, ਸੁਣਦੇ ਸੀ ਖਬਰਾਂ ਦੇ ਵਿੱਚ ਵੀ ਝੂਠੇ ਮੁਕਾਬਲੇ, ਝੂਠੇ ਇਹਨਾਂ ਤੇ ਕੇਸ ਪਾਏ ਜਾਂਦੇ ਨੇ ਲੋਕਾਂ ਤੇ। ਲੱਗਦਾ ਸੀਗਾ ਵੀ ਨਹੀਂ ਝੂਠੇ ਕਿਵੇਂ ਹੋ ਸਕਦੇ ਆ, ਸਭ ਕੁਝ ਪ੍ਰਕਿਰਿਆ ਦੇ ਅਨੁਸਾਰ ਹੀ ਹੁੰਦਾ। ਪਰ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਪਤਾ ਲੱਗਣ ਲੱਗ ਪਿਆ ਲੋਕਾਂ ਨੂੰ ਵੀ ਝੂਠੇ ਪਰਚੇ ਵੀ ਪੈਂਦੇ ਨੇ, ਧਾਰਾਵਾਂ ਵੀ ਝੂਠੀਆਂ ਲੱਗਦੀਆਂ ਨੇ, ਝੂਠੇ ਮੁਕਾਬਲੇ ਵੀ, ਸਭ ਕੁਝ। ਦੇਖੋ ਇਹ ਸਾਡੇ ਤੇ ਮੇਰੇ ਤੇ ਖੁਦ FIR ਹੋਈ ਹੈ ਜਦੋਂ ਅਸੀਂ ਇਹ ਮੋਰਚੇ ਤੇ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਹੋਈ ਹੈ, ਪੰਜਾਬ ਪੁਲਿਸ ਵੱਲੋਂ ਹੋਈ ਹੈ ਕਿ ਜੀ 188 ਧਾਰਾ ਕੇ ਨਾ ਵੀ ਕਰੋਨਾ ਕਰਕੇ ਜਿਹੜਾ ਇਹਨਾਂ ਨੇ ਕਿਤੇ ਵੀ ਇਕੱਠੇ ਨਹੀਂ ਹੋਣਾ। ਇਹ ਆਪ ਹਰ ਜਗ੍ਹਾ ਤੇ ਇਲੈਕਸ਼ਨ ਕਰਾਉਂਦੇ ਆ। ਪੰਜਾਬ ਸਰਕਾਰ ਵੀ MC ਦੇ ਇਲੈਕਸ਼ਨ ਕਰਾਉਂਦੀ ਹੈ। ਇਹ ਭਾਰਤ ਸਰਕਾਰ ਬੰਗਾਲ ਦੇ ਇਲੈਕਸ਼ਨ ਹੁੰਦੇ ਨੇ, ਅਗਲੇ ਸਾਲ ਫਿਰ ਇਲੈਕਸ਼ਨ ਨੇ।
ਪਰ ਜਦੋਂ ਸਾਡੇ ਅਧਿਕਾਰਾਂ ਦੀ ਗੱਲ ਹੈ, ਅਸੀਂ ਇਹ ਤਾਂ ਨਹੀਂ ਕਹਿ ਰਹੇ ਕਿ ਸਾਡੇ ਸੈਨੇਟਰ ਲਾਓ, ਅਸੀਂ ਕਹਿੰਦੇ ਸਾਨੂੰ ਸੈਨੇਟਰ ਦਾ ਇਲੈਕਸ਼ਨ ਲੜਨ ਦਾ ਹੱਕ ਤਾਂ ਦਿਓ, ਅਸੀਂ ਲੋਕ ਚੁਣ ਲੈਣਗੇ। ਤੇ ਉਹਦੇ 'ਚ ਵੀ ਇਹ ਕਹਿੰਦੇ ਜੀ, ਉੱਥੇ ਕਹਿੰਦੇ ਇਹ ਕਰੋਨਾ ਹੈ ਕਿ ਔਰ ਸੈਨੇਟ ਦੇ ਵਾਸਤੇ ਤਾਂ ਇੰਨਾ ਕੋਈ ਕਰਾਊਡ ਨਹੀਂ ਕਿ ਇੰਨੀਆਂ ਭੀੜ ਹੋਊਗੀ, ਇੰਨੀ ਕੋਈ ਵੋਟ ਨਹੀਂ, ਬਹੁਤ ਘੱਟ ਗਿਣਤੀ 'ਚ ਵੋਟ ਪੈਂਦੀ ਹੈ। ਤੇ ਇਹਨਾਂ ਨੂੰ ਫਿਰ ਵੀ ਸਿਰਫ ਕੀ ਹੈ ਕਿ ਇਹਨੂੰ ਹਥਿਆਉਣਾ, ਇੱਥੇ ਆਪਣੀ ਮਰਜ਼ੀ ਦੇ ਬੰਦੇ ਲਾ ਕੇ ਯੂਨੀਵਰਸਿਟੀ ਤੇ ਕਾਬਜ਼ ਹੋਣਾ। ਬਿਲਕੁਲ, ਪਰ ਉਮੀਦ ਕਰਦੇ ਹਾਂ ਕਿ ਛੇਤੀ ਮਸਲੇ ਹੱਲ ਹੋਣਗੇ, ਕਿਉਂਕਿ ਜਦੋਂ ਲੋਕਾਂ ਦਾ ਰੋਹ ਖੜਾ ਹੁੰਦਾ ਉਦੋਂ ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਹੈ। ਸੋ ਇਹ ਸਰਕਾਰ ਕਦੋਂ ਝੁਕਦੀ ਹੈ, ਕਦੋਂ ਗੱਲਾਂ ਮੰਨਦੀ ਹੈ, ਕਦੋਂ ਮੰਗਾਂ ਮੰਨਦੀ ਹੈ, ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਥੇ ਜਿਹੜੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਉਹਨਾਂ ਤੋਂ ਇਲਾਵਾ ਜਿਹੜੇ ਅਧਿਆਪਕ ਨੇ ਉਹ ਬੈਠੇ ਨੇ, ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਆਈਆਂ ਹੋਈਆਂ ਨੇ। ਸੋ ਦੇਖਦੇ ਹਾਂ ਕਦੋਂ ਤੱਕ ਇਸ ਰੋਹ ਅੱਗੇ ਸਰਕਾਰ ਝੁਕਦੀ ਹੈ ਤੇ ਕਦੋਂ ਸੈਨੇਟ ਦੇ ਜਿਹੜੇ ਇਲੈਕਸ਼ਨ ਤੈਅ ਹੁੰਦੇ ਨੇ।